ਸਤਿ ਸ਼੍ਰੀ ਅਕਾਲ ਜੀ। ਅੱਜ ਕੱਲ ਚੰਡੀਗੜ੍ਹ ਦੇ ਵਿੱਚ ਇੱਕ ਬੰਦੀ ਸਿੰਘਾਂ ਦੇ ਲਈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ ਹੋਇਆ, ਜਿਹੜਾ ਦਿਨੋ ਦਿਨ ਕਾਮਯਾਬੀ ਦੇ ਵੱਲ ਵੱਧਦਾ ਪਿਆ। ਸੰਗਤਾਂ ਦਾ ਉੱਥੇ ਇਕੱਠ ਵੀ ਵੱਧ ਰਿਹਾ, ਜੋਸ਼ ਵੀ ਵੱਧ ਰਿਹਾ, ਉਹਨਾਂ ਦਾ ਸਹਿਯੋਗ ਵੀ ਵੱਧ ਰਿਹਾ। ਤੇ ਮੈਂ ਅੱਜ ਇੱਕ ਵੀਡੀਓ ਪਾਣੀ ਸੀ, ਪਰ ਵਿੱਚੇ ਮੈਂ ਇੱਕ ਵੀਡੀਓ ਵੇਖੀ ਤਾਂ ਵਿਸ਼ਾ ਥੋੜਾ ਬਦਲ ਗਿਆ। ਇੱਕ ਬੇਨਤੀ ਕਰਨ ਦੇ ਲਈ ਵੀਡੀਓ ਪਾਣੀ ਸੀ ਵੈਸੇ, ਤੇ ਉਹ ਬੇਨਤੀ ਪਹਿਲਾਂ ਕਰ ਹੀ ਦੇਣਾ ਸਾਰਿਆਂ ਨੂੰ। ਬੇਨਤੀ ਇਹ ਸੀ ਕਿ ਜਿੱਦਾਂ ਕਿਸਾਨ ਮੋਰਚਾ ਜਦੋਂ ਲੱਗਿਆ ਸੀਗਾ ਤੇ ਸਾਡੇ ਜਿਹੜੇ NRI ਭੈਣ ਭਰਾ ਹੈ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ, ਇਹਨਾਂ ਦਾ ਬਹੁਤ ਵੱਡਾ ਸਹਿਯੋਗ ਸੀ, ਬਹੁਤ ਵੱਡਾ ਕੰਟਰੀਬਿਊਸ਼ਨ ਸੀਗਾ ਇਹਨਾਂ ਦਾ। ਤੇ ਇਹਨਾਂ ਨੇ ਬਹੁਤ ਸਾਰੀਆਂ ਉਦੋਂ ਕਾਰ ਰੈਲੀਆਂ ਔਰ ਹਰ ਤਰ੍ਹਾਂ ਦੇ ਜਿੰਨੇ ਵੀ ਪ੍ਰੋਟੈਸਟ ਸੀਗੇ ਕਰ ਸਕਦੇ ਸੀ, ਇਹਨਾਂ ਨੇ ਕੀਤੇ ਸੀ। ਉਸ ਦੀ ਵਜ੍ਹਾ ਨਾਲ ਹਾਲੀਵੁੱਡ ਤੱਕ ਦੇ ਜੋ ਐਕਟਰ, ਸਿੰਗਰ, ਖਿਲਾੜੀ ਔਰ ਸੋਸ਼ਲ ਐਕਟਿਵਿਸਟ ਜਿਹੜੇ ਆ ਉਹ ਐਕਟਿਵ ਹੋ ਗਏ ਸੀ। ਉਸ ਦੀ ਵਜ੍ਹਾ ਨਾਲ ਇੱਕ ਸਰਕਾਰ ਦੇ ਉੱਤੇ ਪ੍ਰੈਸ਼ਰ ਪਿਆ ਸੀ ਤੇ ਉਹ ਕਾਨੂੰਨ ਵਾਪਸ ਹੋਏ। ਤੇ ਇਸੇ ਤਰ੍ਹਾਂ ਨਾਲ ਮੈਂ ਇੱਕ ਬੇਨਤੀ ਇਹ ਕਰਨੀ ਸੀ ਆਪਣੇ NRI ਭਰਾਵਾਂ ਨੂੰ, ਭੈਣਾਂ ਨੂੰ, ਕਿ ਬਾਹਰੋਂ ਜਿਹੜੇ ਤੁਸੀਂ ਪਿਛਲੀ ਵਾਰ ਰੈਲੀਜ਼ ਕੀਤੀ ਸੀਗੀ, ਤੁਹਾਡਾ ਬਹੁਤ ਬਹੁਤ ਉਸ ਦੇ ਲਈ ਮੈਨੂੰ ਪਤਾ ਹੈ ਤੁਹਾਡਾ ਟਾਈਮ ਬਹੁਤ ਕੀਮਤੀ ਹੁੰਦਾ, ਤੁਹਾਡਾ ਜਿਹੜਾ ਇਹ ਕਰਨਾ ਈਜ਼ੀ ਨਹੀਂ ਹੁੰਦਾ ਤੁਹਾਡੇ ਲਈ। ਲੇਕਿਨ ਮੈਂ ਫਿਰ ਵੀ ਬੇਨਤੀ ਕਰਾਂਗਾ ਕਿ ਸਾਡੇ ਯੋਧੇ, ਸਾਡੇ ਕੌਮ ਦੇ ਯੋਧੇ, ਸਾਡੀ ਜੋ ਇਨਸਪੀਰੇਸ਼ਨ ਹੈ, ਸਾਡੀ ਜੋ ਮੋਟੀਵੇਸ਼ਨ ਹੈ, ਜਿਨ੍ਹਾਂ ਨੇ ਆਪਣਾ ਘਰ-ਬਾਰ, ਆਪਣੀਆਂ ਜ਼ਿੰਦਗੀਆਂ ਸਾਡੀ ਕੌਮ ਦੇ ਲਈ ਲਗਾ ਦਿੱਤੀਆਂ, ਪੰਜਾਬ ਦੇ ਲੇਖੇ ਲਗਾ ਦਿੱਤੀਆਂ, ਤੇ ਉਹਨਾਂ ਦੀ ਕੋਈ ਪਰਸਨਲ ਲੜਾਈ ਨਹੀਂ ਹੈ, ਉਹ ਕੋਈ ਕ੍ਰਿਮੀਨਲ ਨਹੀਂ ਹੈਗੇ ਜਿਹੜੇ ਅੰਦਰ ਬੈਠੇ ਆ, ਉਹ ਪੋਲੀਟੀਕਲ ਪ੍ਰਿਜ਼ਨਰ ਹੈ। ਉਹਨਾਂ ਦੀ ਰਿਹਾਈ ਦੇ ਲਈ ਤੁਹਾਨੂੰ ਬੇਨਤੀ ਇਹ ਕਰਨੀ ਸੀਗੀ ਕਿ ਤੁਸੀਂ ਸਾਰੇ ਜ਼ਿਆਦਾ ਤੋਂ ਜ਼ਿਆਦਾ ਜਿਸ ਤਰ੍ਹਾਂ ਵੀ ਹੋ ਸਕਦਾ ਹੈ ਇਸ ਦਾ ਪ੍ਰੋਟੈਸਟ ਕਰੋ, ਇਸ ਦੀ ਆਵਾਜ਼ ਚੁੱਕੋ ਇੰਟਰਨੈਸ਼ਨਲ ਲੈਵਲ ਦੇ ਉੱਤੇ। ਜਿੱਦਾਂ ਕਿਸਾਨ ਮੋਰਚੇ ਦੀ ਚੁੱਕੀ ਸੀਗੀ, ਉਸੇ ਤਰ੍ਹਾਂ ਨਾਲ ਇਸ ਮੋਰਚੇ ਦੀ ਵੀ ਆਵਾਜ਼ ਚੁੱਕੀ ਜਾਣੀ ਚਾਹੀਦੀ ਹੈ। ਤੇ ਇਹ ਮੈਂ ਬੇਨਤੀ ਕਰਨੀ ਸੀਗੀ, ਇਹ ਬੇਨਤੀ ਮੈਂ ਕਰ ਦਿੱਤੀ ਹੈ। ਤੇ ਵਿੱਚ ਮੈਂ ਅੱਜ ਇੱਕ ਵੀਡੀਓ ਵੇਖਿਆ ਤੇ ਇੱਕ ਬੰਦਾ ਬਾਪੂ ਜੀ ਨੂੰ ਫੋਨ ਕਰਕੇ, ਹਵਾਰਾ ਸਾਹਿਬ ਦੇ ਜੋ ਬਾਪੂ ਜੀ ਨੇ, ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਬੋਲਦਾ ਪਿਆ। ਤੇ ਮੈਂ ਆਵਾਜ਼ ਸੁਣੀ ਤੇ ਮੈਂ ਕਿਹਾ ਯਾਰ ਆਵਾਜ਼ ਸੁਣੀ ਜੀ ਲੱਗਦੀ ਹੈ। ਤੇ ਫਿਰ ਮੈਨੂੰ ਯਾਦ ਆਇਆ ਔਰ ਮੈਂ ਪੁਰਾਣੇ ਵਾਇਸ ਨੋਟ ਮੈਂ ਸਾਂਭ ਕੇ ਰੱਖੇ ਹੋਏ, ਡਾਊਨਲੋਡ ਕਰਕੇ ਰੱਖੇ ਹੋਏ ਇਸ ਬੰਦੇ ਦੇ। ਇਹ ਬੰਦਾ ਬਹੁਤ ਟਾਈਮ ਤੋਂ ਭਾਈ ਸਾਹਿਬ ਦੇ ਪਿੱਛੇ ਪਿਆ ਹੋਇਆ ਤੇ ਇਹ ਮੈਂ ਬਹੁਤ ਸਾਰੇ ਮੇਰੇ ਕੋਲ ਇਹਦੇ ਕਰੀਬ 30-40 ਜਾਂ ਸ਼ਾਇਦ ਉਸ ਤੋਂ ਵੀ ਜ਼ਿਆਦਾ ਇਹਦੇ ਵਾਇਸ ਨੋਟ ਪਏ ਹੋਣੇ ਜਿੱਤੇ ਬਦਤਮੀਜ਼ੀ ਨਾਲ ਬੋਲਦਾ ਪਿਆ। ਇਹ ਪਹਿਲਾਂ ਭਾਈ ਸਾਹਿਬ ਦੇ ਇਹ ਕੁਝ ਵੀਡੀਓ ਪਾਉਂਦਾ ਸੀਗਾ ਤੇ ਕਹਿੰਦਾ ਸੀਗਾ ਕਿ ਬਈ ਮੈਂ ਕੁਝ ਵੀਡੀਓ ਪਹਿਲਾਂ ਵੀ ਮੈਂ ਇਹ ਗੱਲ ਬੋਲੀ ਸੀਗੀ ਕਿ ਸ਼ੇਅਰ ਕਰਨ ਲਈ ਗੱਲ ਕਰਦਾ ਸੀ, ਮੈਂ ਕੀਤੇ ਨਹੀਂ। ਫਿਰ ਭਾਈ ਸਾਹਿਬ ਦੇ ਉਲਟ ਚੱਲ ਪਿਆ ਔਰ ਤੇ ਉਥੋਂ ਮੈਨੂੰ ਕੁਝ ਸਮਝ ਇਹ ਆਣਾ ਸ਼ੁਰੂ ਹੋਇਆ ਕਿ ਇਹ ਬੰਦਾ ਸਰਕਾਰੀ ਬੰਦਾ ਹੈ। ਕਿਸ ਤਰ੍ਹਾਂ ਸਰਕਾਰੀ ਬੰਦਾ, ਮੈਂ ਪੋਸਟਾਂ ਪਾਵਾਂਗਾ ਵੀ, ਮੈਂ ਚੀਜ਼ਾਂ ਅਗਲੀ ਵਿੱਚ ਮੈਂ ਤੁਹਾਨੂੰ ਸ਼ੇਅਰ ਵੀ ਕਰਾਂਗਾ। ਇਹ ਉਦੋਂ ਦਾ ਜ਼ੋਰ ਲਾ ਰਿਹਾ ਜਦੋਂ ਅਕਾਲ ਤਖਤ ਸਾਹਿਬ ਤੇ ਭਾਈ ਸਾਹਿਬ ਨੇ ਅੰਮ੍ਰਿਤ ਛਕਿਆ ਸੀਗਾ ਔਰ ਬਹੁਤ ਸਾਰੇ ਲੋਕਾਂ ਨੇ ਨਾਲ ਅੰਮ੍ਰਿਤ ਛਕਿਆ ਸੀ। ਤੇ ਉਦੋਂ ਇਹਨੇ ਅਗਲੇ ਦਿਨ ਹੀ ਸ਼ੁਰੂ ਹੋ ਗਿਆ ਕਿ ਇਹਨੇ ਅੰਮ੍ਰਿਤਪਾਲ ਨੇ ਖਾਲਸੇ ਦਾ ਘਾਣ ਕਰ ਦਿੱਤਾ, ਖਾਲਸੇ ਦਾ ਘਾਣ ਕਰ ਦਿੱਤਾ। ਮੈਂ ਉਦੋਂ ਦੇਖਿਆ, ਮੈਂ ਕਿਹਾ ਖਾਲਸੇ ਦਾ ਘਾਣ ਕਿੱਦਾਂ ਹੋ ਗਿਆ? ਕਹਿੰਦੇ ਜੀ ਆਹ ਜਿਹੜਾ ਖੰਡਾ ਹੈ, ਇਹ ਸ਼ੇਪ ਦਾ ਜੋ ਖੰਡਾ ਹੁੰਦਾ ਹੈ, ਇਹ ਗੋਰਿਆਂ ਨੇ ਡਿਜ਼ਾਈਨ ਕੀਤਾ, ਇਹ ਇੱਕ ਜੁੱਤੀ ਦੀ ਸ਼ੇਪ ਹੈ। ਹਾਲਾਂਕਿ ਮੇਰੇ ਖਿਆਲ ਗੋਰਿਆਂ ਨੇ ਵੀ ਸ਼ੇਪ ਕੀਤਾ ਤੇ ਮੈਂ ਕਿੰਨਾ ਪੁਰਾਣਾ, ਕਹਿੰਦਾ 200 ਸਾਲ ਤੋਂ ਇਹ ਚੱਲ ਰਿਹਾ। ਜੇ 200 ਸਾਲ ਤੋਂ ਚੱਲ ਰਿਹਾ ਹੈ, ਭਾਈ ਸਾਹਿਬ ਨੇ ਕਿੱਦਾਂ ਖਾਲਸੇ ਦਾ ਘਾਣ ਕੀਤਾ ਕਿ ਇਸ ਖੰਡੇ ਦੇ ਨਾਲ ਉਹਨਾਂ ਨੇ ਅੰਮ੍ਰਿਤ ਛਕਿਆ। ਤੇ ਮੈਂ ਕਿਹਾ ਇਹਦੇ ਵਿੱਚ ਯਾਰ ਜਿਹੜੇ ਮੈਕਸਿਮਮ ਮੇਰੇ ਖਿਆਲ ਤੁਸੀਂ ਜੋ ਦੇਖ ਰਹੇ ਹੋ, ਤੁਹਾਡੇ ਵਿੱਚੋਂ ਜਿੰਨਿਆਂ ਨੇ ਵੀ ਗਾਤਰੇ ਪਾਏ ਹੋਣੇ ਆ, ਅੰਮ੍ਰਿਤ ਛਕੇ ਹੋਣੇ ਆ, ਤੇ ਉਹਨਾਂ ਨੇ ਇਸੇ ਖੰਡੇ ਤੋਂ ਹੀ ਪੌਲ ਲਈ ਹੋਣੀ ਹੈ ਮੇਰੇ ਖਿਆਲ ਨਾਲ। ਔਰ ਅਗਰ ਇਹ ਗੱਲ ਸੱਚ ਵੀ ਹੈ ਕਿ ਵੀ ਅਗਰ ਉਹ ਗੋਰਿਆਂ ਨੇ ਇਹ ਵਾਲੀ ਸ਼ੇਪ ਜਿਹੜੀ ਹੈ ਗੋਰਿਆਂ ਨੇ ਦਿੱਤੀ ਤੇ ਖੰਡਾ ਸਿੱਧਾ ਹੋਣਾ ਚਾਹੀਦਾ ਇਹਨਾਂ ਦਾ ਮੁਤਾਬਿਕ, ਪਹਿਲੀ ਚੀਜ਼ ਉਸ ਦੇ ਵਿੱਚ ਭਾਈ ਸਾਹਿਬ ਦਾ ਕੀ ਕਸੂਰ ਹੈ? ਇਹ 200 ਸਾਲ ਤੋਂ ਚੱਲ ਰਿਹਾ ਅਗਰ, ਤੇ 200 ਸਾਲ ਤੋਂ ਸਾਰੀ ਜਗ੍ਹਾ ਤੇ ਇਹੀ ਚੱਲ ਰਿਹਾ। ਮੰਨਿਆ, ਤੁਸੀਂ ਸਹੀ ਕਹਿ ਰਹੇ ਹੋ, ਮੰਨਿਆ, ਤੁਹਾਡੀ ਗੱਲ ਮੰਨੀ ਜਾਣੀ ਚਾਹੀਦੀ ਹੈ ਕਿ ਬਈ ਇਹ ਖੰਡਾ ਹਟਾ ਕੇ ਉਹ ਵਾਲਾ ਖੰਡਾ ਜੋ ਤੁਸੀਂ ਕਹਿੰਦੇ ਹੋ ਉਹ ਵਾਲਾ ਉਹ ਸਹੀ ਹੈ, ਮੰਨ ਲਿਆ। ਪਰ ਆਓ, ਮੈਂ ਇਹਨਾਂ ਨੂੰ ਉਦੋਂ ਵੀ ਇਹੀ ਕਿਹਾ ਕਿ ਆਓ ਇੰਡੀਆ ਆਓ, ਆਪਾਂ ਇੱਥੇ ਪ੍ਰਚਾਰ ਕਰਦੇ ਹਾਂ, ਜਿੰਨਾ ਹੋ ਸਕਦਾ ਆਪਾਂ ਇਹਦੇ ਤੇ ਵਿਚਾਰ ਕਰਦੇ ਹਾਂ, ਜਿੰਨਾ ਲੋਕਾਂ ਤੱਕ ਜਾ ਸਕਦੇ ਆਪਾਂ ਜਾਂਦੇ ਹਾਂ, ਇਸ ਚੀਜ਼ ਨੂੰ ਇੱਥੇ ਕਰਦੇ ਹਾਂ। ਪਰ ਨਹੀਂ, ਇਹ ਭਾਈ ਸਾਹਿਬ ਦਾ ਇੱਕ ਚੈਨਲ ਹੈ ਜਿਸ 'ਚ ਥੋੜੇ ਬਹੁਤੇ ਵਿਊ ਆਉਂਦੇ, ਮਤਲਬ ਮਿਲੀਅਨਸ ਵਿੱਚ ਨਹੀਂ ਹੁੰਦੇ, ਲੱਖਾਂ ਵਿੱਚ ਵੀ ਨਹੀਂ ਹੁੰਦੇ, ਹਜ਼ਾਰਾਂ ਵਿੱਚ ਵੀ ਨਹੀਂ ਹੁੰਦੇ, ਕੁਝ 100 ਹੁੰਦੇ, 200, 400 ਕਿਤੇ ਹੁੰਦੇ, ਨਹੀਂ ਤੇ ਥੱਲੇ ਹੁੰਦੇ। ਤੇ ਇਹ ਆਪਣਾ ਚੈਨਲ ਚਲਾਉਣ ਦੇ ਲਈ
ਕੁਛ ਨਾ ਕੁਛ ਤਿਕੜਮਬਾਜ਼ੀ ਇਹ ਕਰਦੇ ਰਹਿੰਦੇ, ਕਦੀ ਕੁਛ ਚੀਜ਼ ਕੱਢ ਲੈਂਦੇ, ਕਦੀ ਕੁਛ ਕੱਢ ਲਿਆਉਂਦੇ ਆ। ਆਹ ਦੇਖੋ ਜੀ ਗੁਰਦੁਆਰੇ ਦਾ ਭਾਈ ਨੰਗਾ, ਆਹ ਦੇਖੋ ਜੀ ਗੁਰਦੁਆਰੇ ਦਾ ਭਾਈ ਕੁੜੀ ਦੇ ਨਾਲ ਸੈਕਸ ਕਰਦਾ ਪਿਆ। ਇਹ ਸਾਰੇ ਇਸ ਤਰ੍ਹਾਂ ਦੇ ਵੀਡੀਓ ਜਿਹੜੇ ਇਹਨਾਂ ਨੂੰ ਲੱਗਦਾ ਹੈ ਕਿ ਵਾਇਰਲ ਹੋ ਜਾਏਗਾ, ਇਹ ਕੌਮ ਦਾ ਹੀ ਸੱਤਿਆਨਾਸ਼ ਕਰਦੇ ਪਏ ਬੈਠੇ ਹੋਏ। ਤੇ ਇਸ ਦੀ ਜਿਹੜੀ ਇਸ ਦਾ ਕੋਈ ਮਤਲਬ ਨਹੀਂ ਹੈ ਭਾਈ ਸਾਹਿਬ ਨਾਲ, ਇਸ ਦਾ ਕੋਈ ਮਤਲਬ ਨਹੀਂ ਹੈ ਸਿੱਖ ਕੌਮ ਦੇ ਨਾਲ, ਇਸ ਦਾ ਕੋਈ ਮਤਲਬ ਨਹੀਂ ਹੈ ਖੰਡੇ ਦੇ ਨਾਲ, ਇਸ ਦਾ ਕੋਈ ਮਤਲਬ ਨਹੀਂ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ। ਇਸ ਦਾ ਮਤਲਬ ਸਿਰਫ ਇਹਦਾ ਉਹ ਚੈਨਲ ਚੱਲ ਜਾਵੇ। ਹੁਣ ਹੋਇਆ ਕਿ ਇਹਨੇ ਬਾਪੂ ਜੀ ਨੂੰ ਫੋਨ ਕੀਤਾ। ਮੈਂ ਬਾਪੂ ਜੀ ਸਾਡੇ ਬਹੁਤ ਸਤਿਕਾਰਯੋਗ ਹੈ, ਮਾਣਯੋਗ ਹੈ, ਹਵਾਰਾ ਸਾਹਿਬ ਸਾਡੀ ਕੌਮ ਦੇ ਹੀਰੋ ਹੈ। ਔਰ ਬਾਪੂ ਜੀ ਨੂੰ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ, ਬਾਪੂ ਜੀ ਤੁਹਾਡੇ ਪੈਰਾਂ ਦੇ ਵਿੱਚ ਸਿਰ ਰੱਖ ਕੇ ਸਿਜਦਾ ਕਰਦੇ ਹੋਏ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਇਹੋ ਜਿਹੇ ਚਵਲਾਂ ਤੋਂ ਤੁਸੀਂ ਵੀ ਸੁਚੇਤ ਰਹੋ। ਹਾਲਾਂਕਿ ਤੁਸੀਂ ਉਸ ਪੂਰੇ ਜੋ ਗੱਲਬਾਤ ਹੈਗੀ ਆ 8 ਮਿੰਟ ਦੀ ਜਿਹੜੀ ਗੱਲਬਾਤ ਆ ਉਸ ਦੇ ਵਿੱਚ ਤੁਸੀਂ ਇਹ ਤੋਂ ਪਿੱਛਾ ਛੁਡਾ ਰਹੇ ਹੋ, ਮੈਨੂੰ ਸਾਫ਼ ਦਿਖਦਾ ਪਿਆ। ਲੇਕਿਨ ਉਹ ਚਵਲ ਨੇ ਆਪਣਾ ਕੰਟੈਂਟ ਬਣਾ ਰਿਹਾ, ਉਸਨੇ ਇਹ ਚੀਜ਼ ਬਣਾਈ, ਉਹ ਤੁਹਾਡੇ ਮੂੰਹੋਂ ਇੱਕ ਦੋ ਗੱਲਾਂ ਵੀ ਨਿਕਲਵਾ ਲੀਆਂ, ਫਿਰ ਉਸ ਦੇ ਬਾਅਦ ਉਸਨੇ ਇਸ ਚੀਜ਼ ਨੂੰ ਖੁਦ ਹੀ ਆਪ ਹੀ ਉਸਨੂੰ ਉਸਦਾ ਇੱਕ ਵੀਡੀਓ ਬਣਾਇਆ, ਆਪਣੇ ਚੈਨਲ ਤੇ ਪਾਤਾ। ਉਹ ਆਪਣੇ ਚੈਨਲ ਦਾ ਕੰਟੈਂਟ ਬਣਾ ਰਿਹਾ ਸੀਗਾ ਕੁਝ ਵਾਇਰਲ ਹੋ ਜਾਵੇ। ਤੁਸੀਂ ਦੇਖੋ ਉਸ ਵੀਡੀਓ ਦੇ ਥੱਲੇ ਉਸਦੇ ਚੈਨਲ ਦਾ ਨਾਮ ਵੀ ਚੱਲਦਾ ਪਿਆ, ਤਾਂ ਕਿ ਕਿਤੇ ਕੋਈ ਡਾਊਨਲੋਡ ਕਰਕੇ ਕਿਤੇ ਨੂੰ ਭੇਜੇ ਤੇ ਮੇਰੇ ਚੈਨਲ ਦਾ ਨਾਮ ਜਾਵੇ। ਇਹ ਸਾਡੀ ਕੌਮ ਦੇ ਬੰਦੇ ਇਹ ਘਟੀਆ ਹਰਕਤਾਂ ਦੇ ਉੱਤੇ ਹੈਗੇ। ਹਵਾਰਾ ਸਾਹਿਬ ਜਾਂ ਬਾਕੀ ਦੇ ਜਿੰਨੇ ਵੀ ਸਾਡੇ ਯੋਧੇ ਅੰਦਰ ਹੈਗੇ ਆ, ਸਾਡੇ ਉਹ ਹੀਰੋ ਹੈ, ਸਾਡੀ ਇਨਸਪੀਰੇਸ਼ਨ ਹੈ, ਸਾਡਾ ਮੋਟੀਵੇਸ਼ਨ ਹੈ। ਉਹਨਾਂ ਦੇ ਰਸਤੇ ਤੇ ਚੱਲਣਾ, ਉਹਨਾਂ ਦੀ ਲੜਾਈ ਹੀ ਆਪਾਂ ਕਰ ਰਹੇ ਹਾਂ, ਉਸੇ ਚੀਜ਼ ਨੂੰ ਆਪਾਂ ਲੜਦੇ ਪਏ ਅੱਗੇ। ਤੇ ਇਹ ਜਿਹੜੇ ਬੰਦੇ ਨੇ ਬਾਪੂ ਜੀ ਦੇ, ਮੈਂ ਕਿਹਾ ਬੇਨਤੀ, ਹੱਥ ਜੋੜ ਕੇ ਬੇਨਤੀ, ਇਹੋ ਜਿਹੇ ਚਵਲਾਂ ਤੋਂ ਥੋੜਾ ਜਿਹਾ ਧਿਆਨ ਨਾਲ ਕੋਈ ਗੱਲ ਹੋਵੇ ਤੁਸੀਂ ਸਿੱਧਾ ਸਾਨੂੰ ਫੋਨ ਕਰ ਸਕਦੇ ਹੋ। ਮੈਂ ਪਹਿਲੀ ਵਾਰ ਜਦੋਂ ਤੁਹਾਨੂੰ ਮਿਲਿਆ ਸੀਗਾ ਬਾਪੂ ਜੀ, ਤੁਹਾਨੂੰ ਯਾਦ ਹੋਏ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਸਾਡੇ ਦੁਸ਼ਮਣ ਕੋਈ ਦਿੱਲੀ ਜਾਂ ਫਲਾਣੀ ਜਗ੍ਹਾ ਤੇ ਨਹੀਂ ਬੈਠੇ ਹੋਏ, ਸਾਡੇ ਅੰਦਰ ਹੀ ਬੈਠੇ ਹੋਏ ਆ। ਇਹੀ ਸਾਡਾ ਨੁਕਸਾਨ ਕਰਦੇ ਆ ਹਮੇਸ਼ਾ, ਫਿਰ ਕੌਮ ਨੂੰ ਪਾੜਨ ਦੀ ਗੱਲ ਕਰੀ ਜਾਂਦੇ ਆ। ਤੇ ਇਸ ਚੀਜ਼ ਦੇ ਲਈ ਅਸੀਂ ਬੰਦੀ ਸਿੰਘਾਂ ਦੇ ਲਈ ਆਪਣਾ ਹਰ ਤਰ੍ਹਾਂ ਨਾਲ ਸਹਿਯੋਗ ਸਾਡਾ ਸ਼ੁਰੂ ਤੋਂ ਰਿਹਾ ਹੈ ਔਰ ਰਹੇਗਾ। ਅਸੀਂ ਕਿਸੇ ਵੀ ਤਰ੍ਹਾਂ ਦੇ ਉਲਟ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਆਪਾਂ 1% ਸਾਡੇ ਤਰਫੋਂ ਦੀ ਇਹ ਕਦੀ ਨਹੀਂ ਹੋਏਗਾ ਕਿ ਅਸੀਂ ਮੋਰਚੇ ਨੂੰ ਢਾਹ ਲੱਗਣ ਦਈਏ। ਮੈਂ ਅੱਜ ਵੀ ਬੇਨਤੀ ਕਰਦਾ, ਪੂਰੇ ਪੰਜਾਬ ਨੂੰ ਬੇਨਤੀ ਕਰਦਾ, ਭਾਈ ਸਾਹਿਬ ਦੇ ਤਰਫੋਂ ਦੀ ਬੇਨਤੀ ਕਰਦਾ ਕਿ ਇਹ ਮੋਰਚਾ ਸਾਡਾ ਹਰ ਹਾਲ ਦੇ ਵਿੱਚ ਕਾਮਯਾਬ ਹੋਣਾ ਚਾਹੀਦਾ। ਵੱਧ ਤੋਂ ਵੱਧ, ਜ਼ਿਆਦਾ ਤੋਂ ਜ਼ਿਆਦਾ ਇੱਥੇ ਸਾਡੀ ਹਾਜ਼ਰੀ ਹੋਣੀ ਚਾਹੀਦੀ ਹੈ ਤੇ ਜਿੰਨਾ ਹੋ ਸਕੇ ਇਸ ਦਾ ਸਹਿਯੋਗ ਹੋਣਾ ਚਾਹੀਦਾ। ਬਾਹਰ ਜਿਹੜੇ ਬੈਠੇ ਸਾਡੇ ਭੈਣ ਭਰਾ ਨੇ, ਉਹਨਾਂ ਨੂੰ ਫਿਰ ਤੋਂ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਸ ਦੇ ਲਈ ਜਿਸ ਤਰ੍ਹਾਂ ਤੁਸੀਂ ਕਿਸਾਨ ਮੋਰਚੇ ਦਾ ਸਾਥ ਦਿੱਤਾ ਸੀਗਾ, ਇਸ ਮੋਰਚੇ ਵਿੱਚ ਵੀ ਤੁਹਾਡੀ ਲੋੜ ਹੈ, ਤੁਹਾਡਾ ਸਹਿਯੋਗ ਚਾਹੀਦਾ, ਤੁਹਾਡਾ ਕੰਟਰੀਬਿਊਸ਼ਨ ਚਾਹੀਦਾ, ਤੁਹਾਡੇ ਸਮੇਂ ਦਾ ਕੰਟਰੀਬਿਊਸ਼ਨ ਚਾਹੀਦਾ। ਤੇ ਇਸ ਵਾਰ ਜ਼ਰੂਰ ਸਾਡੇ ਇਸ ਮੋਰਚੇ ਨੂੰ ਤੁਸੀਂ ਕਾਮਯਾਬ ਕਰੋ ਤਾਂ ਕਿ ਸਾਡੇ ਅੰਦਰ ਜਿਹੜੇ ਯੋਧੇ ਬੈਠੇ ਆ ਉਹ ਸਾਰੇ ਬਾਹਰ ਆ ਸਕਣ। ਔਰ ਬਾਪੂ ਜੀ ਔਰ ਜਿੰਨੇ ਵੀ ਪ੍ਰਬੰਧਕ ਹੈਗੇ ਆ ਇਸ ਮੋਰਚੇ ਦੇ, ਇਸ ਤਰ੍ਹਾਂ ਦੇ ਜਿਹੜੇ ਘਟੀਆ ਲੋਕ ਹੈ ਜੋ ਕੌਮ ਦੇ ਵਿੱਚ ਆਪਣੇ ਫਾਇਦੇ ਦੇ ਲਈ, ਇਹ ਤਾਂ ਦੇਖੋ ਹੁਣ ਕਲੀਅਰ ਹੈ, ਕਿਸੇ ਬੱਚੇ ਨੂੰ ਵੀ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਉਹ ਬੰਦੇ ਨੇ ਕਿਉਂ ਕਾਲ ਕੀਤੀ, ਕਿਉਂ ਚੀਜ਼ਾਂ ਬੋਲੀਆਂ। ਕਹਿੰਦਾ ਜੀ ਮੱਥਾ ਨਹੀਂ ਟੇਕਿਆ ਮੈਂ ਭੀੜ ਬਹੁਤ ਜ਼ਿਆਦਾ ਸੀਗੀ, ਬਹੁਤ ਜ਼ਿਆਦਾ ਭੀੜ ਸੀਗੀ, ਖੜਾ ਹੋਣਾ ਬਹੁਤ ਔਖਾ ਹੋ ਰਿਹਾ ਸੀਗਾ, ਕੋਈ ਵੀ ਧੱਕਾ ਕਿੱਧਰੋਂ ਲੱਗ ਕੇ ਕੋਈ ਡਿੱਗ ਸਕਦਾ ਸੀ, ਕੁਝ ਵੀ ਹੋ ਸਕਦਾ ਸੀਗਾ। ਉਸ ਦੇ ਬਾਵਜੂਦ ਲੇਕਿਨ ਮੈਂ ਭਾਈ ਸਾਹਿਬ ਨੇ ਜਦੋਂ ਮੱਥਾ ਟੇਕਿਆ ਪਿੱਛੇ ਹੀ ਮੈਂ ਸੀਗਾ, ਅਸੀਂ ਮੱਥਾ ਵੀ ਟੇਕਿਆ। ਫਿਰ ਉਸ ਦੇ ਬਾਅਦ ਭੀੜ ਹੀ ਸਾਨੂੰ ਧੂ ਕੇ ਲਈ ਜਾ ਰਹੀ ਸੀ, ਕਿੱਧਰ ਨੂੰ ਜਾਣਾ ਸੀਗਾ, ਤੇ ਉਧਰ ਜਾ ਕੇ ਸਿੱਧਾ ਸਟੇਜ ਵੱਲ ਨੂੰ ਲੈ ਗਏ ਔਰ ਉੱਥੇ ਜਾ ਕੇ ਭਾਈ ਸਾਹਿਬ ਨੇ ਗੱਲ ਕੀਤੀ, ਅਸੀਂ ਗੁਰੂ ਸਾਹਿਬ ਦੀ ਬੇਅਦਬੀ ਕਰ ਦਈਏ। ਉਹ ਪਤਾ ਨਹੀਂ ਕੀ ਕੁਝ ਉੱਥੇ ਬੋਲੀ ਜਾ ਰਿਹਾ ਜੀ, ਮੱਥਾ ਨਹੀਂ ਟੇਕਿਆ। ਮੱਥਾ ਇਵੇਂ ਕਿੱਦਾਂ ਹੋ ਸਕਦਾ ਕਿ ਅਸੀਂ ਮੱਥਾ ਨਾ ਟੇਕੀਏ? ਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਸਾਰੇ ਜੋ ਸਪੀਚ ਸੀਗੀ ਔਰ ਬਹੁਤ ਮਰਿਆਦਾ ਦੇ ਅੰਦਰ ਸੀਗੀ, ਕਿਸੇ ਨੂੰ ਵੀ ਕੁਝ ਵੀ ਇੱਕ ਵੀ ਲਫ਼ਜ਼ ਕੋਈ ਦੱਸ ਦੇ ਜਿਸ 'ਚ ਉੱਚਾ ਨੀਵਾਂ ਕੋਈ ਬੋਲਿਆ ਹੋਵੇ, ਕਿਸੇ ਦੇ ਬਾਰੇ ਵੀ ਕੋਈ ਨਹੀਂ ਬੋਲਿਆ। ਕਾਮਰੇਡਾਂ ਦੇ ਲਈ ਬੋਲਿਆ ਸੀਗਾ, ਕਾਮਰੇਡਾਂ ਨੇ ਕਿਉਂਕਿ ਬਹੁਤ ਕੁਝ ਬੋਲਿਆ ਸੀ, ਬਹੁਤ ਬਕਵਾਸ ਕੀਤੀ ਸੀਗੀ, ਉਸ ਦੇ ਲਈ ਅਸੀਂ ਅਜੇ ਵੀ ਬੋਲਦੇ ਹਾਂ ਕਿ ਅਜੇ ਵੀ ਉਗਰਾਮ ਵਰਗਿਆਂ ਨੇ ਵੀ ਬਹੁਤ ਬਕਵਾਸ ਕੀਤੀ ਸੀਗੀ ਔਰ ਰਾਜੋਵਾਲ ਸਾਹਿਬ ਨੇ ਵੀ ਬਹੁਤ ਸਾਰਾ ਕੁਝ ਬੋਲਿਆ ਸੀਗਾ। ਉਹ ਜ਼ਰੂਰ ਉਹ ਚੀਜ਼ਾਂ ਨੂੰ ਕਲੀਅਰ ਕਰਨ। ਜੋ ਕੌਮ ਦਾ ਯੋਧਾ ਹੈ ਦੀਪ ਸਿੱਧੂ ਭਾਜੀ, ਇਸ ਦੇ ਲਈ ਉਹਨਾਂ ਨੇ ਬਹੁਤ ਘਟੀਆ ਔਰ ਬਹੁਤ ਗੰਦੇ ਔਰ ਨਿਚਲੇ ਸਤਰ ਦੀ ਇਹਨਾਂ ਨੇ ਭੱਦੀ ਜਿਹੜੀ ਸ਼ਬਦਾਵਲੀ ਹੁੰਦੀ ਹੈ ਉਹ ਯੂਜ਼ ਕੀਤੀ ਸੀਗੀ।
ਉਹ ਅਗਰ ਇੱਥੇ ਆਉਂਦੇ ਆ ਤਾਂ ਇਹ ਵੀ ਇੱਕ ਕੌਮ ਦੇ ਅੰਦਰ ਫਾੜ ਪਾਉਣ ਵਾਲੀ ਗੱਲ ਹੋਏਗੀ। ਪ੍ਰਬੰਧਕਾਂ ਨੂੰ ਵੀ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਨੂੰ ਕਾਮਰੇਡ ਅਗਰ ਆਉਂਦੇ ਆ ਤਾਂ ਉਹ ਜ਼ਰੂਰ ਪਹਿਲਾਂ ਇਹ ਗੱਲ ਕਲੀਅਰ ਕਰਨ, ਫਿਰ ਇਹਨਾਂ ਨੂੰ ਜੀ ਸਦਕੇ ਬੁਲਾਇਆ ਜਾਵੇ। ਤੇ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਿ ਬਈ ਇਹ ਮੋਰਚਾ ਕੌਮ ਦਾ ਮੋਰਚਾ ਹੈ। ਜਿਹੜੇ ਅੰਦਰ ਨੇ ਉਹ ਕੌਮ ਦੇ ਕਰਕੇ ਅੰਦਰ ਹੈ, ਉਹਨਾਂ ਦਾ ਕੋਈ ਪਰਸਨਲ ਰੌਲਾ ਨਹੀਂ ਹੈ, ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ। ਉਹਨਾਂ ਨੇ ਕੌਮ ਦੀ ਡਿੱਗੀ ਹੋਈ ਪੱਗ ਨੂੰ ਵਾਪਸ ਕੌਮ ਦੇ ਸਿਰ ਤੇ ਪਾਉਣ ਦੇ ਲਈ ਆਪਣੀਆਂ ਜ਼ਿੰਦਗੀਆਂ ਦਾਅ ਤੇ ਲਾਈਆਂ ਨੇ। ਉਹ ਸਾਰੇ ਯੋਧੇ ਸਾਡੇ ਬਾਹਰ ਆਣੇ ਚਾਹੀਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।